हाँ जी, गुड मॉर्निंग स्टूडेंट्स। ਅੱਜ ਅਸੀਂ ਲੀਗਲ ਐਪਟੀਟਿਊਡ ਦੇ ਲਾਸਟ ਟੌਪਿਕ ਨੂੰ ਸਟਾਰਟ ਕਰਨਾ ਹੈ, ਐਲੀਮੈਂਟਸ ਆਫ ਕੰਪਨੀ ਲਾਅ। ਕੰਪਨੀ ਵਰਡ ਤੁਸੀਂ ਬਹੁਤ ਜਗ੍ਹਾ ਤੇ ਪੜ੍ਹਿਆ ਹੋਇਆ ਹੈ, ਸੁਣਿਆ ਹੋਇਆ ਹੈ ਕੰਪਨੀ ਬਾਰੇ, ਇਹਨਾਂ ਦੇ ਕਨਸੈਪਟ ਬਾਰੇ, ਬਟ ਇਸ ਸਿਲੇਬਸ ਦੇ ਅਕੋਰਡਿੰਗ ਇਹਦੇ ਵਿੱਚ ਇਹਦਾ ਕੁਝ ਇਲੈਬੋਰੇਟਿਵ ਟੌਪਿਕਸ ਵੀ ਇਹਦੇ ਵਿੱਚ ਹੈਗੇ ਨੇ। ਸੋ ਲੈਟਸ ਸਟਾਰਟ ਦ ਟੌਪਿਕ। The word company is derived from the Latin word companies. Com means with or together, panis means bread, and it originally referred to an association of persons who took their meals together. In the leisurely past, merchants took advantage of festive gatherings to discuss business matters. ਮਤਲਬ ਜਦੋਂ ਲੋਕ ਇਕੱਠੇ ਬੈਠ ਕੇ ਖਾਣਾ ਖਾਂਦੇ ਹੋਏ ਆਪਸ ਦੇ ਵਿੱਚ ਕੁਝ ਗੱਲ ਕਰਦੇ ਨੇ, ਬਿਜ਼ਨਸ ਮੈਟਰਸ ਨੂੰ ਡਿਸਕਸ ਕਰਦੇ ਨੇ, ਉਹਨੂੰ ਅਸੀਂ ਕਹਿ ਦਿੰਦੇ ਹਾਂ ਕੰਪਨੀ। ਮਤਲਬ ਇੱਕ ਅਸੀਂ ਕਹਿੰਦੇ ਨਾ ਕੋਈ ਕੰਪਨੀ ਵੀ ਤਾਂ ਹੋਣੀ ਚਾਹੀਦੀ ਹੈ ਨਾ, ਜੇ ਅਸੀਂ ਕਿਤੇ ਜਾਣਾ ਹੈਗਾ ਹੈ, ਇੱਕ ਦੂਸਰੇ ਦਾ ਸਾਥ, ਠੀਕ ਹੈ। ਤਾਂ ਹੀ ਕਰਕੇ ਕਿਉਂਕਿ ਖਾਣਾ ਖਾਣ ਵੇਲੇ ਇੱਕ ਦੂਸਰੇ ਦਾ ਸਾਥ, ਅਸੀਂ ਕਰਕੇ ਇੱਥੇ ਬ੍ਰੈਡ ਦੀ ਗੱਲ ਹੈ ਔਰ ਟੂਗੈਦਰ ਦੀ ਗੱਲ ਹੈ। So nowadays the business matters have become more complicated and cannot be discussed at length at festive gatherings. Therefore, the word company has assumed greater importance. It denotes a joint stock enterprise. ਇੱਥੇ ਦਾ general meaning ਆ ਗਿਆ, in which the capital is contributed by a large number of people. Thus, in popular parlance, means popular or the meaning जो निकल के आंदा है, company की है, company denotes an association of like-minded persons formed for the purpose of ਕੈਰਿੰਗ ਔਨ ਸਮ ਬਿਜ਼ਨਸ ਔਰ ਅੰਡਰਟੇਕਿੰਗ। ਮਤਲਬ ਇੱਕੋ ਤਰ੍ਹਾਂ ਦੀ ਮਾਈਂਡਸੈਟ ਵਾਲੇ ਲੋਕ ਜਦੋਂ ਇਕੱਠੇ ਹੁੰਦੇ ਨੇ, ਔਰ ਕਾਹਦੇ ਲਈ ਇਕੱਠੇ ਦਾ ਪਰਪਸ ਕੀ ਹੈ, ਕੋਈ ਬਿਜ਼ਨਸ ਕਰਨ ਵਾਸਤੇ। ਅ ਬਿਜ਼ਨਸ ਕੰਪਨੀ ਇਜ਼ ਅ ਕਾਰਪੋਰੇਟ ਬੋਡੀ, ਠੀਕ ਹੈ, ਐਂਡ ਅ ਲੀਗਲ ਪਰਸਨ ਹੈਵਿੰਗ ਸਟੇਟਸ ਐਂਡ ਪਰਸਨੈਲਿਟੀ ਡਿਸਟਿੰਕਟ ਐਂਡ ਸੈਪਰੇਟ ਫਰਮ ਦੈਟ ਆਫ ਦੀ ਮੈਂਬਰਸ ਕੌਨਸਟੀਟਿਊਟਿੰਗ ਇਟ। ਇਹ ਵਾਲੀਆਂ ਸਾਰੀਆਂ ਚੀਜ਼ਾਂ ਅਸੀਂ ਇਹਦੇ ਫੀਚਰਸ ਵਿੱਚ ਅੱਗੇ ਜਾ ਕੇ ਪੜ੍ਹਾਂਗੇ ਕਿ ਬੋਡੀ ਕਾਰਪੋਰੇਟ ਹੈ, ਲੀਗਲ ਪਰਸਨ ਹੈ, ਉਹਦੀ ਪਰਸਨੈਲਿਟੀ ਜੋ ਹੈ ਡਿਸਟਿੰਕਟ ਹੈ, ਅਲੱਗ ਹੈ, ਸੈਪਰੇਟ ਹੈ ਮੈਂਬਰਸ ਤੋਂ। ਹੁਣ ਅਲੱਗ ਅਲੱਗ ਕਰਕੇ ਇਹਦਾ ਨਾਮ ਜੋ ਆਉਂਦਾ ਹੈ ਉਹਦੇ ਬਾਰੇ ਆਏਗਾ ਵੀ ਇਹਨੂੰ ਕਿਉਂ ਇੰਜ ਕਿਹਾ ਜਾਂਦਾ ਹੈ। ਇਟ ਇਜ਼ ਕਾਲਡ ਬੋਡੀ ਕਾਰਪੋਰੇਟ ਬਿਕੋਜ਼ ਦੀ ਪਰਸਨਸ ਕੰਪੋਜ਼ਿੰਗ ਇਟ ਆਰ ਮੇਡ ਇਨਟੂ ਵਨ ਬੋਡੀ ਬਾਈ ਇਨਕੋਰਪੋਰੇਟਿੰਗ ਇਟ ਅਕੋਰਡਿੰਗ ਟੂ ਦੀ ਲਾਅ। ਸੋ ਇਹਨੂੰ ਬੋਡੀ ਕਾਰਪੋਰੇਟ ਤਾਂ ਕਹਿੰਦੇ ਨੇ ਕਿਉਂਕਿ ਇਹਦੇ ਵਿੱਚ ਪਰਸਨਸ ਜਿਹੜੇ ਕੰਪੋਜ਼ ਕਰ ਰਹੇ ਨੇ ਇੱਕ ਬੋਡੀ ਦੀ ਸ਼ੇਪ, ਇੱਕ ਬੋਡੀ ਦੀ ਫਾਰਮ ਦਿੰਦੇ ਨੇ ਇਹਨੂੰ ਬਣਾ ਕੇ, ਔਰ ਇਹਨੂੰ ਲਾਅ ਦੇ ਅਕੋਰਡਿੰਗ ਇਨਕੋਰਪੋਰੇਟ ਕੀਤਾ ਜਾਂਦਾ ਹੈ। ਐਂਡ ਕਲੋਦਿੰਗ ਇਟ ਵਿਦ ਲੀਗਲ ਪਰਸਨੈਲਿਟੀ, ਮਤਲਬ ਇਹਦਾ ਜੋ ਵੀ ਕੋਈ ਨਾਮ ਹੈ ਕੁਛ ਹੈ, ਉਹ ਲੀਗਲ ਪਰਸਨੈਲਿਟੀ ਕਾਨੂੰਨ ਦੇ ਆਰਟੀਕਲਸ ਦੇ ਅੰਦਰ ਜੋ ਬਣ ਸਕਦਾ ਹੈ ਉਹਦੇ ਨਾਲ ਇਹਦੀ ਪਹਿਚਾਣ ਬਣਦੀ ਹੈ। ਦ ਵਰਡ ਕਾਰਪੋਰੇਸ਼ਨ is derived from the Latin word corpus which means body, ਜਿਹਨੂੰ ਆਪਾਂ corpse ਵੀ ਕਹਿ ਦਿੰਦੇ ਹਾਂ ਨਾ, so corpus which means body. Accordingly, corporation is a legal person created by the process other than natural birth. ਸੋ ਇਹਦੇ ਵਿੱਚ ਇਹ ਹੈ ਕਿ ਕਾਰਪੋਰੇਸ਼ਨ ਇੱਕ ਮਤਲਬ ਕਿ ਲੀਗਲ ਪਰਸਨ ਹੈ, ਆਰਟੀਫਿਸ਼ਲ ਲੀਗਲ ਪਰਸਨ ਹੈ, ਬਾਅਦ 'ਚ ਆਏਗਾ, ਜੋ ਕਿ ਨੈਚੁਰਲ ਬਰਥ ਤੋਂ ਬਿਨਾਂ ਇਹਨੂੰ ਕ੍ਰੀਏਟ ਕੀਤਾ ਗਿਆ ਹੈ। ਇਟ ਇਜ਼ ਫॉर ਦਿਸ ਰੀਜ਼ਨ ਸਮਟਾਈਮਸ ਕਾਲਡ ਆਰਟੀਫਿਸ਼ਲ ਲੀਗਲ ਪਰਸਨ। ਸੋ ਕੰਪਨੀ ਨੂੰ ਅਸੀਂ ਆਰਟੀਫਿਸ਼ਲ ਲੀਗਲ ਪਰਸਨ ਵੀ ਕਹਿੰਦੇ ਹਾਂ, ਇਹ ਇੰਪੋਰਟੈਂਟ ਇਹਦਾ ਨਾਮ ਹੈਗਾ ਹੈ। ਐਜ਼ ਅ ਲੀਗਲ ਪਰਸਨ, ਅ ਕਾਰਪੋਰੇਟ ਇਜ਼ ਕੇਪੇਬਲ ਆਫ ਇੰਜੋਇੰਗ ਮੈਨੀ ਆਫ ਦੀ ਰਾਈਟਸ ਐਂਡ ਇਨਕਰਿੰਗ ਮੈਨੀ ਆਫ ਦੀ ਲਾਇਬਿਲਿਟੀਜ਼ ਆਫ ਅ ਨੈਚੁਰਲ ਪਰਸਨ। ਸੋ ਹੈ ਲੀਗਲ ਪਰਸਨ, ਐਸਾ ਕਿ ਰਾਈਟਸ ਵੀ ਹੈਗੀਆਂ ਨੇ ਅਤੇ ਲਾਇਬਿਲਿਟੀਜ਼ ਵੀ ਹੈਗੀਆਂ ਨੇ। ਇਨ ਦ ਲੀਗਲ ਸੈਂਸ, ਅ ਕੰਪਨੀ ਇਜ਼ ਐਨ ਐਸੋਸੀਏਸ਼ਨ ਆਫ ਬੋਥ ਨੈਚੁਰਲ ਐਂਡ ਆਰਟੀਫਿਸ਼ਲ ਪਰਸਨਸ ਇਨਕੋਰਪੋਰੇਟਿਡ ਅੰਡਰ ਦ ਐਗਜ਼ਿਸਟਿੰਗ ਲਾਅ ਆਫ ਅ ਕੰਟਰੀ। ਸੋ ਕੰਪਨੀ ਦੇ ਵਿੱਚ ਨੈਚੁਰਲ ਪਰਸਨ ਵੀ ਹੋਣਗੇ ਅਤੇ ਆਰਟੀਫਿਸ਼ਲ ਵੀ ਹੋਣਗੇ, ਮਤਲਬ ਹੋਰ ਕਾਰਪੋਰੇਟ ਬੋਡੀ ਹੋਏਗੀ ਤਾਂ ਆਰਟੀਫਿਸ਼ਲ ਪਰਸਨ ਵੀ ਹੋਣਗੇ, ਅਤੇ ਜਿਹੜੇ ਨੂੰ ਚਲਾ ਰਹੇ ਨੇ ਉਹ ਨੈਚੁਰਲ ਪਰਸਨ ਹੋਣਗੇ। ਅਤੇ ਇਹ ਕੰਪਨੀ ਜਿਹੜੀ ਹੈ ਐਗਜ਼ਿਸਟਿੰਗ ਲਾਅ ਦੇ ਅੰਦਰ ਇਨਕੋਰਪੋਰੇਟ ਹੋਈ ਹੈ। ਇਨ ਟਰਮਸ ਆਫ ਦੀ ਸੈਕਸ਼ਨ 2 subsection 20 of the Companies Act 2013, company means a company incorporated under this act or under any previous company law. previous company law ਕਿਹੜਾ ਸੀਗਾ? company law ਜਿਹੜਾ 1956 ਵਾਲਾ ਹੈ, ਉਹਦੀ ਗੱਲ ਕਰ ਰਹੇ ਨੇ ਇਹ ਲੋਕ। in common law, a company is a legal person or a legal entity separate from and capable of surviving beyond the lives of its members. ਤਾਂ ਹੀ ਕਰਕੇ ਅਸੀਂ ਕਹਿੰਦੇ ਹਾਂ ਨਾ ਕਿ ਵੀ ਇਹ ਲੀਗਲ ਪਰਸਨ ਹੈ, ਸੈਪਰੇਟ ਫਰਮ ਦੀ ਪਰਸਨ ਜਿਹਨਾਂ ਨੇ ਇਹਨੂੰ ਬਣਾਇਆ, ਕਿ ਦੇ ਪੀਪਲ ਮੇ ਕਮ, ਪੀਪਲ ਮੇ ਗੋ, ਬਟ ਦੀ ਕੰਪਨੀ ਗੋਜ਼ ਔਨ ਫॉर एवर, ਠੀਕ ਹੈ, perpetual existence ਹੈ। However, an association formed not for profit acquires a corporate life and falls within the meaning of a company by reason of a license under section 8 of the act. ਸੋ ਜਿਹੜੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਠੀਕ ਹੈ, ਉਹ ਕਾਰਪੋਰੇਟ ਫਾਰਮ ਜਿਹੜੀ ਹੈ ਉਹਦੇ ਵਾਸਤੇ ਅਲੱਗ ਇੱਕ ਸੈਕਸ਼ਨ ਹੈ, ਸੈਕਸ਼ਨ 8 ਹੈ ਜਿਹੜਾ ਕੰਪਨੀਜ਼ ਐਕਟ 2013 ਹੈ, ਉਹ ਮੈਨੂੰ ਕਵਰ ਕਰਦਾ, ਠੀਕ ਹੈ ਜੀ।
From the foregoing discussion, it is clear that a company has its own corporate and legal personality, distinct and separate from that of its members. Next, we come over to nature and characteristics of a company. Since a corporate body, that is a company, is the creation of law, it is not a human being, it is an artificial person. So एक artificial person है, ठीक है जी, artificial person ऐसे किन्नू law ने create किया है. And corporate body means company, ਇਹਦਾ दूसरा नाम है. It is clothed with many rights, obligations, powers and duties prescribed by law. It is called a person. Being the creation of law, it possesses only the properties conferred upon it by its memorandum of association. Within the limits of powers conferred by the charter, it can do all acts as a natural person may do. So उन्होंने क्या कि ਇਹਦੇ ਵਿੱਚ ਇਹਨੂੰ ਕਿਉਂਕਿ ਕ੍ਰੀਏਸ਼ਨ ਆਫ ਲਾਅ ਹੈ, ਸੋ ਇਸ ਕਰਕੇ ਮੈਮੋਰੈਂਡਮ ਆਫ ਐਸੋਸੀਏਸ਼ਨ ਦੁਆਰਾ ਜੋ ਵੀ ਇਹਦੇ ਉੱਪਰ ਪ੍ਰੋਪਰਟੀਜ਼ ਨੇ ਉਹ ਸਭ ਇਹਨੂੰ ਇਹਦੇ 'ਤੇ ਲਾਗੂ ਹੋਣਗੀਆਂ, ਠੀਕ ਹੈ. ਔਰ ਇਹਦੇ ਸਟ੍ਰਾਈਕਿੰਗ ਕਰੈਕਟਰਿਸਟਿਕਸ ਨੇ. ਫਰਸਟ ਇਜ਼ ਕਾਰਪੋਰੇਟ ਪਰਸਨੈਲਿਟੀ. By incorporation under the act, the company is vested with a corporate personality quite distinct from individuals who are its members, being a separate legal entity. ਇਹ ਮੇਨ ਪੁਆਇੰਟ ਹੈ. corporate personality ਤੋਂ ਕੀ ਕਹਿਣਾ ਚਾਹੁੰਦੇ ਨੇ कि सेपरेट लीगल एंटिटी है. इट बियर्स इट्स ओन नेम, अपना नाम है कंपनी का, एंड एक्ट्स अंडर अ कॉरपोरेट नेम. इट हैज़ अ सील ऑफ इट्स ओन, कॉमन सील है. इट्स एसेट्स आर सेपरेट एंड डिस्टिंक्ट फ्रॉम दो ऑफ इट्स मैंबर्स. ਇਹਦੇ 'ਚ ਲਿਮਿਟਿਡ ਲਾਇਬਿਲਿਟੀ ਵਾਲੀ ਗੱਲ ਆ ਜਾਂਦੀ ਹੈ ਵੀ ਮੈਂਬਰਸ ਦੇ ਐਸੈਟਸ ਤੇ ਕੰਪਨੀ ਦੇ ਐਸੈਟਸ ਨੂੰ ਸੈਪਰੇਟ ਲਿਆ ਜਾਂਦਾ ਹੈ. ਇਟ ਇਜ਼ ਆਲਸੋ ਅ ਡਿਫਰੈਂਟ ਪਰਸਨ ਫਰਮ ਦੀ ਮੈਂਬਰਸ ਹੂ ਕੰਪੋਜ਼ ਇਟ. ਐਜ਼ ਸੱਚ ਇਟ ਇਜ਼ ਕੈਪੇਬਲ ਆਫ ਓਨਿੰਗ ਪ੍ਰੋਪਰਟੀ, ਮਤਲਬ ਇਹ ਆਪਣੇ ਨਾਮ 'ਤੇ ਕੰਪਨੀ ਦੇ ਨਾਮ 'ਤੇ ਪ੍ਰੋਪਰਟੀ ਖਰੀਦੀ ਜਾ ਸਕਦੀ ਹੈ, ਡੈਟਸ ਲਏ ਜਾ ਸਕਦੇ ਨੇ, ਮਨੀ ਬੋਰੋ ਕੀਤੀ ਜਾ ਸਕਦੀ ਹੈ, ਬੈਂਕ ਦਾ ਖਾਤਾ ਖੋਲ੍ਹਿਆ ਜਾ ਸਕਦਾ ਹੈ, ਠੀਕ ਹੈ. ਇੰਪਲੋਇੰਗ ਪੀਪਲ, ਲੋਕ ਉਸ ਕੰਪਨੀ ਨਾਲ ਅਟੈਚ ਨੇ, ਕਿਸੇ ਪਰਸਨ ਨਾਲ ਨਹੀਂ. ਐਂਟਰਿੰਗ ਇਨਟੂ ਕੰਟਰੈਕਟ, ਥਰਡ ਪਾਰਟੀ ਨਾਲ ਕੰਟਰੈਕਟ ਐਂਟਰ ਕਰਕੇ ਉਹਨਾਂ ਨੂੰ ਸੂ ਕੀਤਾ ਜਾ ਸਕਦਾ ਹੈ ਜਾਂ ਇਹਨੂੰ ਵੀ ਸੂ ਕੀਤਾ ਜਾ ਸਕਦਾ ਕੰਪਨੀ ਨੂੰ ਵੀ, in the same manner as an individual. Its members are its owners, but they can be its creditors simultaneously as it has a separate legal entity. So ਇਹਨੂੰ ਚਲਾਉਣ ਵਾਲੇ ਬੰਦੇ ਦੇ ਓਨਰ ਵੀ ਨੇ, ਮਤਲਬ ਜਿਵੇਂ ਆਪਾਂ ਡਾਇਰੈਕਟਰਸ ਦੀ ਗੱਲ ਕਰੀਏ ਹੈ ਨਾ, ਸ਼ੇਅਰਸ ਹੀ ਹੋਲਡ ਕੀਤੇ ਹੁੰਦੇ ਉਹਨਾਂ ਨੇ ਮੈਕਸ ਮੈਜੋਰਿਟੀ ਵਾਲੇ, ਔਰ ਉਹ ਕ੍ਰੈਡੀਟਰ ਵੀ ਹੋ ਸਕਦੇ ਨੇ ਕਿਉਂਕਿ ਮਤਲਬ ਜਿਵੇਂ ਆਪਾਂ ਲਿਖਦੇ ਹਾਂ ਨਾ ਕੋਈ ਦੇਖਦੇ ਹੁੰਦੇ ਹਾਂ ਵੀ ਮਿਸਿਸ ਏਜ਼ ਲੋਨ, ਮਿਸਟਰ ਏਜ਼ ਲੋਨ. ਸੋ ਕਹਿਣ ਦਾ ਮਤਲਬ ਹੈ ਕਿ ਅਗਰ ਉਹਨਾਂ ਨੇ ਲੋਨ ਦਿੱਤਾ ਹੋਇਆ ਹੈ ਕੁਝ ਇਸ ਤਰ੍ਹਾਂ ਕਰਕੇ ਤਾਂ ਉਸ ਕਪੈਸਿਟੀ ਵਿੱਚ ਉਹ ਕ੍ਰੈਡੀਟਰਸ ਹੋ ਜਾਣਗੇ. ਅ ਸ਼ੇਅਰ ਹੋਲਡਰ ਕੈਨੋਟ ਬੀ ਹੈਲਡ ਲਾਇਬਲ ਫॉर ਦੀ ਐਕਟਸ ਆਫ ਦੀ ਕੰਪਨੀ ਈਵਨ ਇਫ ਹੀ ਹੋਲਡਸ ਵਰਚੁਅਲੀ ਦੀ ਇੰਟਾਇਰ ਸ਼ੇਅਰ ਕੈਪੀਟਲ. ਮਤਲਬ ਕੰਪਨੀ ਦੇ ਨਾਮ 'ਤੇ ਇੱਥੇ ਲਿਮਿਟਿਡ ਲਾਇਬਿਲਿਟੀ ਦੀ ਗੱਲ ਆ ਜਾਂਦੀ ਵੀ ਕੰਪਨੀ ਦੇ ਨਾਮ 'ਤੇ ਜੋ ਕੁਝ ਵੀ ਹੈ ਉਹਦੀ ਲਾਇਬਿਲਿਟੀ ਕੰਪਨੀ ਦੀ ਹੈ, ਸ਼ੇਅਰ ਹੋਲਡਰ ਦੀ ਨਹੀਂ ਹੋ ਸਕਦੀ ਕਿ ਅਗਰ ਈਵਨ ਇਫ ਉਹਦੇ ਕੋਲ ਸਾਰਾ ਸ਼ੇਅਰ ਕੈਪੀਟਲ ਵੀ ਹੈ ਤਾਂ ਵੀ ਉਹਦੀ ਲਾਇਬਿਲਿਟੀ ਇਜ਼ ਲਿਮਿਟਿਡ ਟੂ ਦੀ ਐਕਸਟੈਂਟ ਆਫ ਦੀ ਫੇਸ ਵੈਲਿਊ ਆਫ ਦੀ ਸ਼ੇਅਰਸ. ਫੇਸ ਵੈਲਿਊ ਆਫ ਦੀ ਸ਼ੇਅਰ ਸਿਰਫ ਇੱਥੇ ਤੱਕ ਹੀ ਰਹੇਗੀ, ਠੀਕ ਹੈ ਜੀ. ਦ ਸ਼ੇਅਰ ਹੋਲਡਰਸ ਆਰ ਨੋਟ ਦੀ ਏਜੰਟਸ ਆਫ ਦੀ ਕੰਪਨੀ. ਸੋ ਇੱਥੇ ਇਹ ਵੀ ਗੱਲ ਕਲੀਅਰ ਹੈ ਕਿ ਉਹ ਏਜੰਟ ਨਹੀਂ ਹੈਗੇ, ਏਜੰਸੀ ਰਿਲੇਸ਼ਨਸ਼ਿਪ ਨਹੀਂ ਹੈ. ਸੋ ਦੇ ਕੈਨ ਨੋਟ ਬਾਈਂਡ ਇਟ ਬਾਈ ਦੇਅਰ ਐਕਟਸ. ਉਹ ਬਾਈਂਡ ਨਹੀਂ ਕਰ ਸਕਦੇ, ਨਾ ਹੀ ਕੰਪਨੀ ਵੱਲੋਂ ਬਾਉਂਡ ਹੋ ਸਕਦੇ ਨੇ. ਦਸ ਇਨਕੋਰਪੋਰੇਸ਼ਨ ਇਜ਼ ਦੀ ਐਕਟ ਆਫ, ਹੁਣ ਇਨਕੋਰਪੋਰੇਸ਼ਨ ਦਾ ਕੀ ਮਤਲਬ, ਇਟ ਇਜ਼ ਐਕਟ ਆਫ ਫਾਰਮਿੰਗ ਅ ਲੀਗਲ ਕਾਰਪੋਰੇਸ਼ਨ एज अ जुरिस्टिक पर्सन, कि मतलब लीगली कॉर्पोरेट करना, बनाना, कंपोज करना, ठीक है, एज अ जुरिस्टिक पर्सन. अ जुरिस्टिक पर्सन इज इन लॉ also conferred with rights and obligations and is dealt with in accordance with law. So juristic person means in the eyes of law ਜਿਹਨੂੰ ਅਸੀਂ person ਬਣਾਇਆ ਹੈ. In other words, the entity acts like a natural person but only through a designated person whose acts are processed within the ambit of law. ठीक है जी. Next है the case of Salman versus Salman and Company Limited has clearly established the principle that once a company has been validly constituted under Companies Act, it becomes a legal person distinct from its members, and for this purpose it is immaterial whether any member has a large or small proportion of the shares and whether he holds those shares beneficially or as a mere ਟਰਸਟੀ. ਸੋ ਇਹਦੇ 'ਚ ਅੱਗੇ ਸੈਲਮਨ ਦੇ ਫੈਕਟਸ ਹੈਗੇ ਨੇ ਉਸ ਕੇਸ ਵਿੱਚ ਕੀ ਸੀਗਾ, ਬਟ ਬੇਸਿਕਲੀ ਜੋ ਪ੍ਰਿੰਸੀਪਲ ਇਹਦੇ ਪਿੱਛੇ ਸੀ ਕੋਈ ਇਹੀ ਹੈ ਵੀ ਲੀਗਲ ਪਰਸਨ ਹੈ ਕੰਪਨੀ, ਮੈਂਬਰਸ਼ਿਪ ਤੋਂ ਡਿਫਰੈਂਟ ਹੈ ਉਹਨਾਂ ਦੀ ਬਾਕੀ ਮੈਂਬਰਸ ਤੋਂ, ਚਾਹੇ ਕਿਸੇ ਕੋਲ ਜ਼ਿਆਦਾ ਸ਼ੇਅਰ ਨੇ ਜਾਂ ਘੱਟ ਸ਼ੇਅਰ ਨੇ, ਹੈ ਨਾ. ਫੈਕਟਸ ਦੇਖੋ, ਸਲਮਨ हैड for many years carried on a prosperous business as a leather merchant and boot manufacturer. He formed a limited company consisting of himself, his wife, his daughter and his 4 sons as shareholders, all of whom subscribed for 1 share each so that the actual cash paid as capital was $7. ठीक है. ਉਸ ਤੋਂ ਬਾਅਦ ਹੁਣ ਇਹਦੇ 'ਚ ਕੀ ਸੀ, Solomon sold his business to the company for the sum of rupees 38,782. The company's nominal capital was
ਮੈਂ ਇੱਥੇ ਰੁਪੀਜ਼ ਹੀ ਪੜ੍ਹੀ ਜਾ ਰਹੀ ਹਾਂ, ਚਾਹੇ ਤੁਸੀਂ ਇਹਨੂੰ ਡਾਲਰਸ ਕਹਿ ਲਓ ਜਾਂ ਪਾਊਂਡਸ, ਜਿਵੇਂ ਵੀ, ਠੀਕ ਹੈ। ਸੋ ਕਰੰਸੀ ਦਾ ਤਾਂ ਕੋਈ ਫਰਕ ਨਹੀਂ ਪੈਂਦਾ, ਬੇਸਿਕਲੀ ਤਾਂ ਫੈਕਟ ਸਮਝ ਆਉਣੀ ਚਾਹੀਦੀ। ਦੀ ਕੰਪਨੀਜ਼ ਨੋਮੀਨਲ ਕੈਪੀਟਲ ਵਾਜ਼ ₹40,000 in 1 rupee shares. In part payment of the purchase money for the business sold to the company, debentures of the amount of ₹10,000 secured by floating charge on the company's assets were issued to Salman, who also applied for and received an allotment of ₹20,000, ₹1 fully paid shares. The remaining amount of 8,072 was paid to Salman in cash. Salman was a managing director and two of his sons were other directors. The company soon ran into difficulties and the debenture holders appointed a receiver and the company went into liquidation. ਜਿਵੇਂ ਆਪਾਂ bankrupt ਕਹਿੰਦੇ ਆ ਨਾ, bankrupt ਦਿਵਾਲੀਆ ਹੋ ਗਿਆ ਕੋਈ ਪਰਸਨ ਤੇ ਕੰਪਨੀ ਲਿਕੁਇਡੇਟ ਹੋ ਗਈ। The total assets of the company amounted to ₹6,050. Its liabilities were ₹10,000 secured by debentures, ₹8,000 owing to unsecured trade creditors who claimed the whole of the company's assets, namely 6,050 ਜੋ ਅਸੀਂ ਉੱਪਰ ਗੱਲ ਕੀਤੀ assets ਦੀ, on the ground that as the company was a mere alias or agent for Solomon, they were entitled to payment of their debts in priority to debentures. They further pleaded that Solomon, as principal beneficiary, was ultimately responsible for the debts incurred by his agent or trustee on his behalf. ਮਤਲਬ ਉਹਨਾਂ ਨੇ ਇੱਕ ਤਰੀਕੇ ਨਾਲ ਉਹਨਾਂ ਨੇ ਕੇਸ ਪ੍ਰੈਜ਼ੈਂਟ ਕੀਤਾ ਵੀ ਕੰਪਨੀ ਜਿਹੜੀ ਹੈ ਉਹ ਸੈਲਮਨ ਜਿਹੜਾ ਕੰਪਨੀ ਚਲਾ ਰਿਹਾ ਸੀ ਉਹਦੇ ਵਿੱਚ ਉਹਦੇ ਪਰ ਫੈਮਿਲੀ ਓਨ ਬਿਜ਼ਨਸ ਸੀਗਾ, ਫੈਮਿਲੀ ਹੀ ਸ਼ੇਅਰ ਹੋਲਡਰ ਸੀਗੇ ਅਤੇ ਸ਼ੇਅਰਸ ਦੀ ਵੈਲਿਊ ਉਹਨਾਂ ਨੇ ਦੇ ਦਿੱਤੀ ਹੈ ਔਰ ਫਿਰ ਉਹਨੇ ਬਿਜ਼ਨਸ ਸੋਲਡ ਕੀਤਾ ਕੰਪਨੀ ਨੂੰ। ਅਤੇ ਮਤਲਬ ਉਹ ਇਹੀ ਸ਼ੋਅ ਕਰ ਰਿਹਾ ਕਿ ਬਈ ਉਹ ਅਲੱਗ ਹੈ ਅਤੇ ਕੰਪਨੀ ਅਲੱਗ ਹੈ, ਠੀਕ ਹੈ। ਅਤੇ ਉਹਦਾ ਕੈਪੀਟਲ ਜਿੰਨਾ ਵੀ ਸੀਗਾ ਅਤੇ ਪਾਰਟ ਪੇਮੈਂਟ ਉਹਨਾਂ ਨੇ ਕਿਸ ਤਰੀਕੇ ਨਾਲ ਕੀਤੀ, ਫਿਰ ਡਿਬੈਂਚਰਸ ਵਗੈਰਾ ਇਸ਼ੂ ਹੋਏ ਅਤੇ ਬਾਅਦ ਵਿੱਚ ਸੈਲਮਨ ਮੈਨੇਜਿੰਗ ਡਾਇਰੈਕਟਰ ਸੀਗਾ। ਕੰਪਨੀ ਜਿਹੜੀ ਆ ਉਹ ਪ੍ਰੋਬਲਮਸ ਚਲੀ ਗਈ ਔਰ ਲਿਕੁਇਡੇਟ ਹੋ ਗਈ ਅਤੇ ਜਿਹੜੇ ਐਸਿਡ ਸੀ ਉਹ ਦੱਸਿਆ ਹੋਇਆ ਐਂਡ ਵਿੱਚ ਵੀ 6,050 ਸੀ। ਲਾਇਬਿਲਿਟੀਜ਼ ਜਿਹੜੀਆਂ ਉਹ 10,000 ਸੀਗੀਆਂ, ਡਿਬੈਂਚਰਸ ਵੱਲੋਂ ਸਿਕਿਉਰਡ ਸੀ ਕਿ ਮਤਲਬ ਕਿ ਡਿਬੈਂਚਰਸ ਵੇਚੇ ਜਾ ਸਕਦੇ ਨੇ, ਡਿਬੈਂਚਰਸ ਨੂੰ ਪੇ ਕਰਨ ਦੇ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਅਨਸਿਕਿਉਰਡ ਲਾਇਬਿਲਿਟੀਜ਼ ਵੀ ਸੀਗੀਆਂ ਅਤੇ ਉਹ ਹੀ ਕਹਿ ਰਹੇ ਸੀਗੇ ਵੀ ਜਿਹੜੇ ਅਨਸਿਕਿਉਰਡ ਕਰੈਕਟਰ ਸੀ ਉਹ ਕਹਿੰਦੇ ਕਿ ਮਤਲਬ ਕੰਪਨੀ ਜਿਹੜੀ ਆ ਉਹ ਤਾਂ ਏਜੰਟ ਹੀ ਸੀਗੀ, ਮਤਲਬ ਕੰਪਨੀ ਔਰ ਸੈਲਮਨ 'ਚ ਕੋਈ ਫਰਕ ਨਹੀਂ ਹੈ। ਇਸ ਕਰਕੇ ਉਹਨੂੰ ਭਾਵੇਂ ਆਪਣੇ ਭਾਂਡੇ ਟਿੰਡੇ ਵੇਚ ਕੇ ਮਤਲਬ ਪਰਸਨਲ ਐਸੈਟਸ ਵੇਚ ਕੇ ਕਿਉਂ ਨਾ ਪੇਮੈਂਟ ਕਰਨੀ ਪਵੇ, ਉਹਨੂੰ ਪੇਮੈਂਟ ਕਰਨੀ ਪਏਗੀ। ਔਰ ਡਿਬੈਂਚਰਸ ਦੀ ਪ੍ਰਾਇਰਟੀ ਤੋਂ ਉੱਪਰ, ਮਤਲਬ ਡਿਬੈਂਚਰਸ ਤਾਂ ਸਿਕਿਉਰਡ ਸੀ ਨਾ, ਸਿਕਿਉਰਡ ਕ੍ਰੈਡੀਟਰਸ ਚਾਹੁੰਦੇ ਨੇ ਕਿ ਉਹ ਅਨਸਿਕਿਉਰਡ ਵਾਲੇ ਕਹਿੰਦੇ ਵੀ ਸਾਨੂੰ ਵੀ ਪੇਮੈਂਟ ਉਸੇ ਤਰ੍ਹਾਂ ਕੀਤੀ ਜਾਵੇ ਕਿਉਂਕਿ ਕੰਪਨੀ ਜਿਹੜੀ ਆ ਉਹਦੇ ਵਿੱਚ ਜਿਹੜਾ ਬੈਨੀਫਿਸ਼ਰੀ ਆ ਉਹ ਸੈਲਮਨ ਆਪ ਹੈਗਾ। ਹੁਣ ਜਜਮੈਂਟ ਕੀ ਨਿਕਲ ਕੇ ਆਈ, ਦੀ ਕੰਪਨੀ ਇਜ਼ ਐਟ ਲਾਅ ਡਿਫਰੈਂਟ ਪਰਸਨ ਆਲ ਟੂਗੈਦਰ ਫਰੋਮ ਦੀ ਸਬਸਕ੍ਰਾਈਬਰਸ ਆਫ ਦੀ ਮੈਮੋਰੈਂਡਮ। ਪਹਿਲੀ ਗੱਲ ਹੀ ਆਈ ਹੈ ਕਿ ਕੰਪਨੀ ਜਿਹੜੀ ਕਾਨੂੰਨ ਦੀ ਨਜ਼ਰਾਂ ਵਿੱਚ ਡਿਫਰੈਂਟ ਪਰਸਨ ਹੈਗੀ ਹੈ and though it may be that after incorporation the business is precisely the same as before, the same persons are managers and the same hands receive the profits, the company is not in law their agent or trustee। ਉਹ ਕਹਿੰਦੇ ਵੀ ਚਾਹੇ ਇਨਕੋਰਪੋਰੇਸ਼ਨ ਤੋਂ ਬਾਅਦ ਬਿਜ਼ਨਸ ਕਰਨ ਵਾਲੇ ਚਲਾਉਣ ਵਾਲੇ ਸੇਮ ਹੀ ਨੇ, ਉਸੀ ਫੈਮਿਲੀ ਦੇ ਨੇ, ਉਹੀ ਪ੍ਰੋਫਿਟਸ ਕਮਾ ਰਹੇ ਨੇ, ਲੇਕਿਨ ਅਸੀਂ ਇਹ ਕਹਿ ਨਹੀਂ ਸਕਦੇ ਵੀ ਕੰਪਨੀ ਉਹਨਾਂ ਦੀ ਏਜੰਟ ਸੀ ਜਾਂ ਟਰਸਟੀ ਸੀ। ਦੇਰ ਇਜ਼ ਨਥਿੰਗ ਇਨ ਦੀ ਐਕਟ ਰਿਕੁਆਇਰਿੰਗ ਦੈਟ ਦ ਸਬਸਕ੍ਰਾਈਬਰਸ ਟੂ ਦੀ ਮੈਮੋਰੈਂਡਮ ਸ਼ੁੱਡ ਬੀ ਇੰਡੀਪੈਂਡੈਂਟ ਔਰ ਅਨਕਨੈਕਟਿਡ or that they or any of them should take a substantial interest in the undertakings, or that they should have a mind or will of their own, or that there should be anything like a balance of power in the constitution of company। ਉਹ ਕਹਿੰਦੇ ਕੁਝ ਵੀ ਨਹੀਂ ਐਸਾ ਦਿੱਤਾ ਹੋਇਆ ਐਕਟ ਵਿੱਚ ਜਿਹੜਾ ਸ਼ੋਅ ਕਰੇ ਕਿ ਮਤਲਬ ਜਿਹੜੇ ਸਬਸਕ੍ਰਾਈਬਰਸ ਹੈਗੇ ਨੇ ਵੀ ਉਹ ਕਿਸੇ ਵੀ ਤਰ੍ਹਾਂ ਨਾਲ ਕਨੈਕਟਿਡ ਰਹਿਣਗੇ, ਹੈ ਨਾ। ਸੋ ਉਹਦੇ ਜਜਮੈਂਟ ਵਿੱਚ ਇਹ ਨਿਕਲ ਕੇ ਆਇਆ ਵੀ ਜਿਹੜੀ ਕੰਪਨੀ ਹੈ ਉਹ ਆਪਣੇ ਆਪ ਦੇ ਵਿੱਚ ਅਲੱਗ ਹੈ ਅਤੇ ਇਸ ਕਰਕੇ ਤੁਸੀਂ ਉਹਨੂੰ ਇਹ ਕਹਿ ਨਹੀਂ ਸਕਦੇ ਕਿ ਮਤਲਬ ਉਹ ਸੈਲਮਨ ਜਿਹੜਾ ਹੈ ਉਹ ਉਹਦਾ ਵਾਸਤੇ ਕੰਪਨੀ ਕੇ ਏਜੰਟ ਜਾਂ ਟਰਸਟੀ ਵਾਲਾ ਕੰਮ ਚੱਲ ਰਿਹਾ ਸੀ, ਸੋ ਉਹਨੂੰ ਲਾਇਬਲ ਇਸ ਤਰ੍ਹਾਂ ਕਰਕੇ ਨਹੀਂ ਠਹਿਰਾਇਆ ਜਾ ਸਕਦਾ। ਨੈਕਸਟ ਕੇਸ ਹੈ ਲੀ ਵਰਸਿਸ ਲੀਜ਼ ਏਅਰ ਫਾਰਮਿੰਗ ਲਿਮਿਟਿਡ। ਇਟ ਇਲਸਟ੍ਰੇਟਸ ਦੀ ਐਪਲੀਕੇਸ਼ਨ ਆਫ ਪ੍ਰਿੰਸੀਪਲਸ ਐਸਟੈਬਲਿਸ਼ ਇਨ ਸੈਲਮਨਸ ਕੇਸ। ਜੋ ਸੈਲਮਨ ਦੇ ਕੇਸ 'ਚ ਜਜਮੈਂਟ ਆਈ ਉਹਦੇ ਨਾਲ ਹੀ ਰਿਲੇਟਿਡ ਇਹ ਵਾਲਾ ਕੇਸ ਸੀਗਾ। Facts again, in this case, a company was formed for the purpose of aerial top dressing. Lee, a qualified pilot, held all but one of the shares in the company। ਮਤਲਬ ਜਿਹੜਾ ਲੀ ਸੀਗਾ ਉਹਦੇ ਕੋਲ ਇੱਕ ਸ਼ੇਅਰ ਨੂੰ ਛੱਡ ਕੇ ਮਤਲਬ ਆਲਮੋਸਟ 99% ਉਹਦੇ ਸ਼ੇਅਰ ਹੋਲਡਰਸ ਉਹਦੇ ਕੋਲ ਸੀਗੇ, ਸ਼ੇਅਰ ਸੀਗੇ ਉਹਦੇ ਕੋਲ। He voted himself the managing director and got himself appointed by the articles as chief pilot at a salary। ਉਹ ਮੈਨੇਜਿੰਗ ਡਾਇਰੈਕਟਰ ਵੀ ਸੀਗਾ ਔਰ ਆਪਣੇ ਆਪ ਨੂੰ ਨਾ ਸੈਲਰੀ ਦੇ ਉੱਪਰ ਐਜ਼ ਚੀਫ ਪਾਇਲਟ ਵੀ ਨਿਯੁਕਤ ਕੀਤਾ ਸੀ ਆਪਣੀ ਹੀ ਕੰਪਨੀ 'ਚ। ਹੀ ਵਾਜ਼ ਕਿਲਡ ਇਨ ਐਨ ਏਅਰ ਕ੍ਰੈਸ਼ ਵਾਈਲ ਵਰਕਿੰਗ ਫॉर ਦੀ ਕੰਪਨੀ। ਹੀਜ਼ ਵਿਡੋ
claimed compensation for the death of her husband in the course of his employment. The company opposed the claim on the ground that Lee was not a worker, as the same person could not be the employer and the employee. ਮਤਲਬ ਹੁਣ ਉਹਨਾਂ ਨੇ ਇਹ ਕਿਹਾ ਵੀ ਜਦ ਕਿਉਂਕਿ ਉਹਦੇ ਕੋਲ ਮੈਜੋਰਿਟੀ ਸ਼ੇਅਰਸ ਹੈਗੇ ਨੇ, ਮਤਲਬ ਆਲਮੋਸਟ ਆਲ ਸ਼ੇਅਰਸ ਹੈ, ਨੀਅਰਲੀ 100%, ਤੇ ਇਹਦਾ ਮਤਲਬ ਓਨਰ ਤਾਂ ਫਿਰ ਉਹ ਆਪ ਹੀ ਹੋ ਗਿਆ ਨਾ। ਤੇ ਫਿਰ ਜੇ ਉਹਦੀ ਹੁਣ ਏਅਰ ਕ੍ਰੈਸ਼ 'ਚ ਡੈਥ ਹੁੰਦੀ ਹੈ ਤਾਂ ਵਿਡੋ ਅਗਰ ਉਹਦੀ ਕੰਪਨਸੇਸ਼ਨ ਕਲੇਮ ਕਰਦੀ ਹੈ, ਮਤਲਬ ਇਹ ਕਹਿ ਕੇ ਵੀ ਉਹ ਤਾਂ ਪਾਇਲਟ ਸੀਗਾ ਹੈ ਨਾ, ਇੰਪਲੋਈ ਸੀਗਾ, ਉਹਨੂੰ ਸੈਲਰੀ ਮਿਲਣੀ, ਉਹਨੂੰ ਕੰਪਨਸੇਸ਼ਨ ਮੁਆਵਜ਼ਾ ਮਿਲਣਾ ਚਾਹੀਦਾ। ਅਤੇ ਫਿਰ ਚਲੋ ਉਹਨੇ ਆਪਣੇ ਆਪ ਨੂੰ, ਜਿਵੇਂ ਪਾਰਟਨਰਸ ਆਪਣੇ ਆਪ ਨੂੰ ਸੈਲਰੀ 'ਤੇ ਰੱਖ ਲੈਂਦੇ ਨੇ, ਕੰਮ ਉਹ ਕਰ ਰਹੇ ਹੁੰਦੇ ਨੇ, ਅਤੇ ਇਹ ਵੀ ਆਪਣੇ ਆਪ ਨੂੰ ਸ਼ੋਅ ਕਰਕੇ ਐਜ਼ ਅ ਵਰਕਰ ਸੈਲਰੀ ਵੀ ਡਰੋ ਕਰ ਰਿਹਾ ਸੀ ਬਿਜ਼ਨਸ 'ਚੋਂ। ਲੇਕਿਨ ਕਿਉਂਕਿ ਸ਼ੇਅਰ ਸਾਰੇ ਇਹਦੇ ਕੋਲ ਸੀ, ਇਹਦਾ ਮਤਲਬ ਓਨਰ ਤਾਂ ਆਪ ਹੀ ਸੀਗਾ। ਸੋ ਇੱਕੋ ਹੀ ਪਰਸਨ ਜਿਹੜਾ ਹੈ ਉਹ ਓਨਰ ਅਤੇ ਇੰਪਲੋਈ ਦੋਨੋਂ ਕਿਵੇਂ ਹੋ ਸਕਦੇ। ਹੁਣ ਜਜਮੈਂਟ ਦੇਖੋ ਇਹ 'ਚ ਕੀ ਨਿਕਲ ਕੇ ਆਈ। ਦ ਪ੍ਰਿਵੀ ਕਾਊਂਸਲ ਹੈਲਡ ਦੈਟ ਲੀ ਐਂਡ ਹਿਸ ਕੰਪਨੀ ਵਰ ਡਿਸਟਿੰਕਟ ਲੀਗਲ ਪਰਸਨਸ which had entered into contractual relationship under which he became the chief pilot, a servant of the company. In his capacity of managing director, he could on behalf of the company give himself orders. In his other capacity of pilot, and the relationship between himself as pilot and the company was that of servant and master. ਹੁਣ ਇਹਦੇ ਵਿੱਚ ਜਜਮੈਂਟ ਫਿਰ ਉਹੀਓ ਨਿਕਲ ਕੇ ਆਈ ਜਿਹਦੇ ਵਿੱਚ ਉਹਨਾਂ ਨੇ ਕਿਹਾ, ਮਤਲਬ ਉਹਨੂੰ ਕਿਹਾ ਤੇ ਇਹੀ ਗਿਆ ਕੰਪਨੀ ਵੱਲੋਂ ਕਿ ਬਈ ਇਹਨੂੰ ਨਹੀਂ ਮਿਲਣਾ ਚਾਹੀਦਾ ਕੁਛ ਵੀ, ਕਿਉਂਕਿ ਇੰਪਲੋਇਰ ਇੰਪਲੋਈ ਸੇਮ ਨੇ। ਲੇਕਿਨ ਜਜਮੈਂਟ ਸੋਲਮਨ ਦੇ ਕੇਸ ਦਾ ਹਵਾਲਾ ਦੇ ਕੇ ਨਿਕਲੀ ਕਿ ਉਹਨਾਂ ਨੇ ਕਿਹਾ ਵੀ ਉਹਦੇ ਵਿੱਚ ਵੀ ਇਹੀ ਪ੍ਰੂਫ ਕੀਤਾ ਸੀ ਕਿ ਚਾਹੇ ਉਹਨਾਂ ਦਾ ਫੈਮਿਲੀ ਓਨ ਬਿਜ਼ਨਸ ਸੀਗਾ, ਲੇਕਿਨ ਕੰਪਨੀ ਜਿਹੜੀ ਹੈ ਉਹ ਡਿਸਟਿੰਕਟ ਲੀਗਲ ਪਰਸਨ ਹੈ, ਔਰ ਚਾਹੇ ਇਹਦੇ ਕੋਲ ਸਾਰੇ ਹੀ ਸ਼ੇਅਰਸ ਕਿਉਂ ਨਾ ਹੋਣ, ਅਸੀਂ ਪਿੱਛੇ ਵੀ ਪੜ੍ਹਿਆ ਸੀ ਹੈ ਨਾ, ਸਾਰੇ ਇਹਦੇ ਕੋਲ ਸ਼ੇਅਰਸ ਹੋਣ ਵੀ ਕਿਉਂ ਨਾ, ਤਾਂ ਵੀ ਅਸੀਂ ਇਹਨੂੰ ਓਨਰ ਕਹਿ ਕੇ ਤੇ ਇਹ ਨਹੀਂ ਕਹਿ ਸਕਦੇ ਵੀ ਇਹਦੇ ਔਰ ਕੰਪਨੀ 'ਚ ਕੋਈ ਫਰਕ ਨਹੀਂ ਹੈ, ਇਹ ਕੰਪਨੀ ਹੈ ਅਤੇ ਕੰਪਨੀ ਇਹ ਹੈ, ਕਿਉਂਕਿ ਉਸ ਕੇਸ ਵਿੱਚ ਫਿਰ ਆਪਣੇ ਆਪ ਨੂੰ ਇੰਪਲੋਇਰ ਇੰਪਲੋਈ ਰਿਲੇਸ਼ਨਸ਼ਿਪ ਵਿੱਚ ਡਿਸਟਿੰਕਟ ਨਹੀਂ ਕਰ ਪਾਏਗਾ। ਸੋ ਉਹਨਾਂ ਨੇ ਕਿਹਾ ਕਿ ਉਹ ਮਤਲਬ ਐਜ਼ ਐਨ ਇੰਪਲੋਈ ਔਡਰਸ ਆਪਣੇ ਆਪ ਨੂੰ ਦੇ ਵੀ ਸਕਦਾ ਹੈ ਔਰ ਕੰਮ ਕਰ ਵੀ ਸਕਦਾ ਹੈ, ਠੀਕ ਹੈ, ਕਿਉਂਕਿ ਕਾਗਜ਼ਾਂ ਦੇ ਉੱਪਰ ਜਿਹੜਾ ਕੰਪਨੀ ਹੈ ਉਹ ਇੱਕ ਅਲੱਗ ਚੱਲ ਰਹੀ ਹੈ ਅਤੇ ਜਿਹੜਾ ਪਰਸਨ ਹੈ ਉਹ ਅਲੱਗ ਹੈ। ਸੋ ਇਹ ਜਿਹੜਾ ਅੰਡਰਲਾਈਨ ਕੀਤਾ ਹੋਇਆ, ਲੀ ਵਾਜ਼ ਅ ਸੈਪਰੇਟ ਪਰਸਨ ਫਰੋਮ ਦੀ ਕੰਪਨੀ ਹੀ ਫਾਰਮਡ ਐਂਡ ਹਿਸ ਵਿਡੋ ਵਾਜ਼ ਹੈਲਡ ਐਂਟਾਈਟਲਡ ਟੂ ਗੈਟ ਦੀ ਕੰਪਨਸੇਸ਼ਨ। ਇਸ ਕਰਕੇ ਉਹਨੂੰ ਕੰਪਨਸੇਸ਼ਨ ਜਿਹੜੀ ਹੈ ਮਿਲਣੀ ਚਾਹੀਦੀ ਹੈ, ਕਿਉਂਕਿ ਲੀ ਵਾਜ਼ ਟੇਕਨ ਐਜ਼ ਅ ਸੈਪਰੇਟ ਪਰਸਨ ਫਰੋਮ ਦੀ ਕੰਪਨੀ। ਈਵਨ ਇਫ ਦੇ ਕੋਲ ਸ਼ੇਅਰ ਹੋਲਡਰਸ ਹੈਗੇ ਨੇ, ਸ਼ੇਅਰਸ ਹੈਗੇ ਨੇ, ਹੀ ਇਜ਼ ਅ ਸ਼ੇਅਰ ਹੋਲਡਰ, ਮੈਜੋਰਿਟੀ ਸ਼ੇਅਰ ਹੋਲਡਰ, ਤਾਂ ਵੀ ਐਜ਼ ਐਨ ਇੰਪਲੋਈ ਜਿਹੜੀ ਉਹਦੀ ਮਾਸਟਰ ਸਰਵੈਂਟ ਰਿਲੇਸ਼ਨਸ਼ਿਪ ਹੈ, ਉਹਦੇ ਕਰਕੇ ਜਿਹੜੀ ਉਹਦੀ ਕੰਪਨਸੇਸ਼ਨ ਬਣਦੀ ਹੈ ਉਹ ਉਹਨੂੰ ਮਿਲਣੀ ਚਾਹੀਦੀ ਹੈ। ਦਿਸ ਇਜ਼ ਅ ਥਿੰਗ। So in effect, the magic of corporate personality enabled Lee to be the master and servant at the same time and enjoy the advantages of both. So ਇਹਦੇ ਕਰਕੇ ਉਹ servant ਤੇ master ਦੋਨੋਂ ਬਣ ਕੇ advantages ਜਿਹੜੀਆਂ ਉਹ ਲੈ ਪਾਇਆ, ਠੀਕ ਹੈ। Next is Recondal Tea Company Limited. It recognized the principle of separate legal entity even much earlier than the decision in Solomon versus Solomon and Company Limited case. Certain persons transferred a tea estate to a company and claimed exemptions from taxes on the grounds that since they themselves were also the shareholders in the company and therefore it was nothing but a transfer from them in one name to themselves under another name. ਹੁਣ ਉਹ ਕਹਿੰਦੇ ਇੱਕ ਹੋਰ ਕੇਸ ਹੈ ਰੀਕੌਂਡਲੀ ਟੀ ਕੰਪਨੀ ਲਿਮਟਿਡ, ਉਹਨਾਂ ਨੇ ਨਾ ਟੀ ਐਸਟੇਟ ਪ੍ਰੋਪਰਟੀ ਸੀ ਉਹ ਕੰਪਨੀ ਨੂੰ ਟਰਾਂਸਫਰ ਕੀਤੀ ਅਤੇ ਬਾਅਦ ਵਿੱਚ ਐਗਜ਼ੰਪਸ਼ਨਸ ਕਲੇਮ ਕਰਨ ਲੱਗ ਗਏ ਕਿ ਟੈਕਸ ਨਾ ਲੱਗੇ ਕੈਪੀਟਲ ਗੇਨ ਵਗੈਰਾ ਦੇ ਉੱਪਰ, ਕਿਉਂਕਿ ਉਹ ਉਹਨਾਂ ਦਾ ਮਤਲਬ ਇਹ ਸੀ ਕਿ ਉਹ ਸ਼ੇਅਰ ਹੋਲਡਰ ਵੀ ਉਸੀ ਕੰਪਨੀ ਦੇ ਹੈਗੇ ਨੇ। ਅਤੇ ਜਿਹੜੀ ਟਰਾਂਸਫਰ ਕੀ ਹੋ ਰਹੀ ਹੈ, ਜਿਵੇਂ ਆਪਾਂ ਕਰਦੇ ਹਾਂ ਨਾ, ਆਪਣੇ ਬੈਂਕ ਖਾਤਾ ਸਾਡਾ ਇੱਕ ਬੈਂਕ ਵਿੱਚ ਹੈ ਅਤੇ ਅਸੀਂ ਉੱਥੋਂ ਆਪਣੇ ਹੀ ਨਾਮ ਦਾ ਦੂਜਾ ਖਾਤਾ ਕਿਸੇ ਦੂਜੇ ਬੈਂਕ 'ਚ ਅਸੀਂ ਟਰਾਂਸਫਰ ਕਰ ਰਹੇ ਹਾਂ, ਅਤੇ ਇੱਕ ਤਰੀਕੇ ਨਾਲ ਸਾਡਾ ਹੀ ਪੈਸਾ ਸਾਡੇ ਕੋਲ ਆ ਰਿਹਾ ਹੈ ਨਾ, ਉਹਨੂੰ ਇਸ ਤਰ੍ਹਾਂ ਲੈ ਰਹੇ ਹੈ। ਲੇਕਿਨ ਹਾਈ ਕੋਰਟ ਨੇ ਇਸ ਗੱਲ ਨੂੰ, ਕੈਲਕਟਾ ਹਾਈ ਕੋਰਟ ਨੇ ਰਿਜੈਕਟ ਕੀਤਾ। ਉਹਨਾਂ ਨੇ ਕਿਹਾ ਕਿ the company was a separate person, a separate body altogether from the shareholders, and the transfer was as much a transfer of the property as if the shareholder had been totally different persons. ਸੋ ਕਹਿੰਦੇ ਕਿ ਉਹ ਟੀ ਐਸਟੇਟ ਅਗਰ ਕੰਪਨੀ ਨੂੰ ਟਰਾਂਸਫਰ ਕਰ ਰਹੇ ਨੇ, ਉਹ ਸ਼ੇਅਰ ਹੋਲਡਰ ਦੀ ਹੈਸੀਅਤ 'ਚ ਹੈਗੇ ਨੇ, ਤਾਂ ਵੀ ਕੰਪਨੀ ਇੱਕ ਵੱਖਰੀ ਐਗਜ਼ਿਸਟੈਂਸ ਲੈ ਕੇ ਚੱਲੇਗੀ ਅਤੇ ਐਜ਼ ਅ ਸ਼ੇਅਰ ਹੋਲਡਰ ਵੱਖਰੀ ਲੈ ਕੇ ਚੱਲਣਗੇ, ਅਲੱਗ ਲਿਆ ਜਾਏਗਾ, ਠੀਕ ਹੈ। ਸੋ ਨੈਕਸਟ ਪੁਆਇੰਟ ਇਜ਼ ਲਿਮਿਟਿਡ ਲਾਇਬਿਲਿਟੀ। ਸੋ ਯੂ ਆਰ ਵੈਲ ਅਵੇਅਰ, ਯੂ ਕੈਨ ਸੀ ਕਿ ਇਹਦੇ ਵਿੱਚ ਜਿਹੜੇ ਫੀਚਰਸ ਵਗੈਰਾ ਨੇ ਦਿੱਤੇ ਹੋਏ ਨੇ, ਫੀਚਰਸ ਤੁਸੀਂ ਪੜ੍ਹੇ ਹੈ, ਲੇਕਿਨ ਇਹਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਕੇਸਿਸ ਮੈਨਸ਼ਨ ਕੀਤੇ ਨੇ, ਇੱਥੇ ਕੰਸੈਪਟ ਜਿਹੜਾ ਹੈ ਜ਼ਿਆਦਾ ਇਲੈਬੋਰੇਟਿਵ ਹੋ ਜਾਂਦਾ ਹੈ।
So next we have is limited liability. The company being a separate person is the owner of its assets and bound by its liabilities. So ਉਹਦੇ ਆਪਣੇ assets ਨੇ और ਉਹਦੀ owner है ਤੇ ਆਪਣੀਆਂ ਹੀ liabilities हैं. Liability of a member as a shareholder extends to the contribution to the assets of the company up to the nominal value of the shares held and not paid by him. ਇਹ ਨਹੀਂ ਕਿ paid up share capital ਤੱਕ ਇਸ ਤਰ੍ਹਾਂ ਨਹੀਂ ਹੈ, ਮਤਲਬ ਕਿ ਜਿਹੜਾ ਵੀ ਉਹਨਾਂ ਦਾ ਹੈਗਾ ਵੈ ਨੋਮੀਨਲ ਵੈਲਿਊ ਉਹ ਪੂਰੀ ਫੇਸ ਵੈਲਿਊ ਜਿਹੜੀ ਹੈ, ਠੀਕ ਹੈ, ਜਿਹੜੀ ਉਹਨੇ ਨਹੀਂ ਪੇ ਕੀਤੀ ਉਹ ਵਾਲਾ ਹਿੱਸਾ ਉਦੋਂ ਤੱਕ ਉਹਦੀ ਲਾਇਬਿਲਿਟੀ ਬਣਦੀ ਹੈ. ਇਨ ਅਦਰ ਵਰਡਸ ਅ ਸ਼ੇਅਰ ਹੋਲਡਰ ਇਜ਼ ਲਾਇਬਲ ਟੂ ਪੇ the balance if any due on the shares held by him when called upon to pay and nothing more even if the liabilities of the company far exceed its assets. अगर liability company ਦੀ ਵੱਧ ਵੀ ਜਾਂਦੀਆਂ ਨੇ ਤਾਂ ਵੀ shareholder ਨੇ ਕੁਝ ਜ਼ਿਆਦਾ ਨਹੀਂ ਪੇ ਕਰਨਾ. this means liability of the member is limited. ਅਗਰ 100 ਰੁਪਏ ਦਾ ਸ਼ੇਅਰ ਉਹਨੇ ਖਰੀਦਿਆ ਔਰ ਕੰਪਨੀ ਨੇ ਇਹਨਾਂ ਕੋਲੋਂ 80 ਰੁਪਏ ਕਾਲ ਅਪ ਕਰ ਲਏ ਹੋਏ ਨੇ ਤੇ ਇਹਨੇ ਪੇ ਕਰਤੇ ਨੇ, then what remains is just ₹20 रुपीज़ ही शेयर होल्डर ने पे करने नहीं, इस तो ऊपर कुछ नहीं पे करना हैगा, चाहे कि कंपनी की लायबिलिटीज़ बहुत ज़्यादा ही क्यों ना हो. एक शेयर पीछे एग्जाम्पल है. फॉर एग्जाम्पल इफ़ ए होल्ड शेयर्स ऑफ द टोटल नॉमिनल वैल्यू ऑफ ₹1000 and had already paid ₹500 or 50% of the value as a part payment at the time of allotment, he cannot be called upon to pay more than ₹500. सो वो 500 तक ही देगा क्योंकि 500 पहले पे कर चुका, उसके ऊपर कुछ नहीं देना. द अमाउंट रिमेनिंग अनपेड ऑन हिज शेयर्स इफ़ ही होल्ड्स फुली पेड शेयर्स, अगर वो कोल पहला ही फुली पेड शेयर्स है मतलब उन्हें टोटल अमाउंट पहले ही पे करता है, ही हैज़ नो फर्दर लायबिलिटी टू पे even if the company is declared insolvent. In case of a company limited by guarantee, अगर company limited by guarantee वाली type है, the liability of the members limited to a specified amount mentioned in the memorandum, जिस amount ਦੀ उन्हें कोई guarantee ਦਿੱਤੀ है सिर्फ ਉੱਥੇ तक. There are however some statutory exceptions to the principle of limited liability. As the Companies Act 2013, the members become personally liable if the membership falls below the prescribed minimum and the business is carried on for more than 6 months thereafter. So ਇਹ ਇੱਕ ਨਵੀਂ ਐਕਸੈਪਸ਼ਨ ਜਿਹੜੀ ਹੈ ਐਡ ਹੋਈ ਹੈ, ਉਹਦੇ 'ਚ ਹੈ ਕਿ ਉਹ ਕਹਿੰਦੇ ਕਿ ਮੈਂਬਰਸ ਜਿਹੜੇ ਨੇ ਪਰਸਨਲੀ ਲਾਇਬਲ ਉਸ ਕੇਸ 'ਚ ਹੁੰਦੇ ਨੇ ਅਗਰ ਤਾਂ ਮੈਂਬਰਸ਼ਿਪ ਜਿਹੜੀ ਘੱਟ ਜਾਂਦੀ ਹੈ ਜਿੰਨੀ ਮਿਨੀਮਮ ਪ੍ਰਿਸਕ੍ਰਾਈਬਡ ਮੈਂਬਰਸ਼ਿਪ ਹੈ ਅਤੇ ਉਸ ਤੋਂ ਬਾਅਦ ਰਹਿ ਕੀ ਜਾਂਦਾ ਤਾਂ ਫਿਰ ਇਕੱਲਾ ਬੰਦਾ ਹੀ ਰਹਿ ਗਿਆ, ਮਤਲਬ 7 ਮੈਂਬਰ ਅਗਰ ਹੈਗੇ ਨੇ ਮਿਨੀਮਮ ਤਾਂ ਉਸ ਦੇ ਨੀਚੇ ਫਿਰ ਥੱਲੇ ਚੱਲ ਜਾਂਦੀ ਹੈ, ਫਿਰ ਉਹਨਾਂ ਨੂੰ ਜਿਹੜੀ ਪਰਸਨਲੀ ਲਾਇਬਿਲਿਟੀ ਬੀਅਰ ਕਰਨੀ ਪੈਂਦੀ. एंड बिजनेस इज़ कैरिड ऑन फॉर मोर दैन 6 मंथ्स देयर आफ्टर. मतलब अगर मिनिमम मैंबरशिप ਜਿਹੜੀ ਹੈ ਉਹ 6 ਮਹੀਨੇ ਤੋਂ ਜ਼ਿਆਦਾ ਟਾਈਮ ਪੀਰੀਅਡ ਤੱਕ ਐਗਜ਼ਿਸਟ ਕਰਦੀ ਹੈ ਤਾਂ ਉਹਨਾਂ ਨੂੰ ਫਿਰ ਪਰਸਨਲੀ ਵੀ ਲਾਇਬਿਲਿਟੀ ਬੀਅਰ ਕਰਨੀ ਪੈਂਦੀ ਹੈ. ਸੋ ਲਿਮਿਟਡ ਲਾਇਬਿਲਿਟੀ ਦੀ ਐਕਸੈਪਸ਼ਨ ਕੰਪਨੀਜ਼ ਐਕਟ 2013 ਦੇ ਅਕੋਰਡਿੰਗ ਵਿੱਚ ਐਡ ਹੋ ਗਈ ਹੈ. Next is we have is perpetual succession. An incorporated company never dies except when it is wound up as per law. A company being a separate legal person is unaffected by death or departure of any person. Any member means person ही member ही आएगा क्योंकि किसी person नाल तो नहीं पर member नाल भी इन्हों ਨੂੰ फर्क नहीं पैंदा and remains the same entity despite total change in the membership. Perpetual succession denotes the ability of a company to maintain its existence by the constant succession of new individuals who step into the shoes of those who cease to be the members of the company. Perpetual succession ਹੁੰਦਾ ਲਗਾਤਾਰ ਪਰਮਾਨੈਂਟ ਜਿਹੜਾ ਲਗਾਤਾਰ ਚੱਲਦਾ ਆ ਰਿਹਾ ਵੀ ਇਹਦੇ 'ਚ ਹੈ ਕਿ ਵੀ ਕੰਪਨੀ ਜਿਹੜੀ ਹੈ ਉਹ ਲਗਾਤਾਰ ਉਹ ਐਗਜ਼ਿਸਟ ਕਰੇਗੀ ਕਿਉਂਕਿ ਉਹ 'ਚ ਲਗਾਤਾਰ ਨਵੇਂ ਐਂਟਰੈਂਟਸ ਆਉਂਦੇ ਜਾਣਗੇ, ਨਿਊ ਇੰਡੀਵਿਜੂਅਲਸ ਜਿਹੜੇ ਨੇ ਸ਼ੇਅਰਸ ਖਰੀਦ ਕੇ ਸ਼ੇਅਰ ਹੋਲਡਰ ਬਣਦੇ ਜਾਣਗੇ ਅਤੇ ਬਾਕੀ ਕੁਛ ਲੋਕ ਜਿਹੜੇ ਨੇ ਉਹ ਸ਼ੇਅਰਸ ਵੇਚ ਕੇ ਜੋ ਦੇ ਵਿਲ ਸੀਜ਼ ਟੂ ਬਿਕਮ ਦੀ ਮੈਂਬਰਸ मतलब ਹੁਣ ਨਹੀਂ ਰਹਿਣਗੇ ਮੈਂਬਰ, ਠੀਕ ਹੈ. ਸੋ ਪ੍ਰੋਫੈਸਰ LCP ਗੋਅਰ ਰਾਈਟਲੀ ਮੈਂਸ਼ਨਸ members may come and go but the company can go on forever. During a war, all the members of one private company were in general meeting were killed by a bomb, but the company survived. Not even a hydrogen bomb could have destroyed it. So ਕਿਉਂਕਿ ਉਹ ਆਰਟੀਫਿਸ਼ੀਅਲ ਲੀਗਲ ਪਰਸਨ ਸੀ, ਉਹਨੂੰ ਕੌਣ ਡਿਸਟਰੋਏ ਕਰ ਸਕਦਾ ਸੀ, ਉਹ ਤਾਂ ਲਾਅ ਨੇ ਕ੍ਰੀਏਟ ਕੀਤੀ ਸੀ, ਨੈਚੁਰਲ ਪਰਸਨ ਤਾਂ ਸੀਗੀ ਨਹੀਂ. ਸੋ ਇਸ ਕਿਉਂ ਕਹਿੰਦੇ ਕਿ ਪ੍ਰਾਈਵੇਟ ਕੰਪਨੀ ਦਾ ਉਹਨੇ ਵੈਸੇ ਗੱਲ ਕੀਤੀ, ਐਗਜ਼ਾਮਪਲ ਦਿੱਤਾ ਕਿ ਮਤਲਬ ਉਹ ਸਾਰੇ ਮੈਂਬਰਸ ਜਿਹੜੇ ਸੀ ਨੈਚੁਰਲ ਪਰਸਨ ਜਿਹੜੇ ਸੀ ਉਹਨਾਂ ਦੀ ਡੈਥ ਤਾਂ ਹੋ ਗਈ ਲੇਕਿਨ ਕੰਪਨੀ ਜਿਹੜੀ ਹੈ ਉਹਦੀ ਡੈਥ ਕਿਵੇਂ ਹੋ ਸਕਦੀ ਸੀ ਕਿਉਂਕਿ ਉਹ ਤਾਂ ਕਾਗਜ਼ਾਂ ਉੱਤੇ ਬਣੀ ਹੈ. ਸੋ ਨੈਕਸਟ ਵੀ ਹੈਵ ਇਜ਼ ਦੇਅਰ ਇਜ਼ yes we have separate property. A company being a legal person and entirely distinct from its members is capable of owning, enjoying and disposing of property in its own name. The company is a real person in which all its property is vested and by which it is controlled, managed and disposed of. ਸੋ ਇਹ ਅਸੀਂ ਪਹਿਲਾਂ ਵੀ ਹੁਣੇ ਕੀਤਾ ਕਿ ਕੰਪਨੀ ਜਿਹੜੀ ਆਪਣੇ ਨਾਮ 'ਤੇ ਪ੍ਰੋਪਰਟੀ ਖਰੀਦ ਵੀ ਸਕਦੀ ਹੈ
ठीक है, ओन भी कर सकती है, इंजॉय एंड डिस्पोज भी कर सकती है इन इट्स ओन नेम। सो ਉਹਦੇ 'ਚ ਕਿ ਕੰਪਨੀ ਜਿਹੜੀ ਖੁਦ ਹੀ ਕੰਟਰੋਲ ਤੇ ਮੈਨੇਜ ਕਰ ਸਕਦੀ ਹੈ। ਨੈਕਸਟ ਇਜ਼ transferability of shares. The capital of a company is divided into parts called shares. The shares are said to be movable property and subject to certain conditions. They are freely transferable so that no shareholder is permanently or necessarily wedded to a company. So ਇਹ shares transferable ਹੈਗੇ ਨੇ, ਠੀਕ ਹੈ ਜੀ। ਤੇ when the joint stock companies were established, the object was that the shares should be capable of being easily transferred. ਸੋ ਕੰਪਨੀਜ਼ ਬਣਾਈਆਂ ਸੀ ਜਦੋਂ, ਉਦੋਂ ਇਹੀ ਤਾਂ ਇੱਕ ਸਭ ਤੋਂ ਵੱਡਾ ਇੱਕ ਫਲੈਕਸੀਬਿਲਿਟੀ ਸੀਗੀ ਜਿਹੜੀ ਕੰਪਨੀ ਨਾਲ ਅਟੈਚ ਸੀ ਇਹ ਫੀਚਰ ਦੀ, ਕਿ ਮਤਲਬ ਸ਼ੇਅਰਸ ਜਿਹੜੇ ਸੀ ਉਹਨਾਂ ਨੂੰ ਅਸੀਂ ਟ੍ਰਾਂਸਫਰ ਕਰ ਸਕਦੇ ਸੀ। ਅ ਮੈਂਬਰ ਮੇ ਸੈਲ ਹਿਜ਼ ਸ਼ੇਅਰਸ ਇਨ ਦੀ ਓਪਨ ਮਾਰਕੀਟ ਐਂਡ ਰਿਅਲਾਈਜ਼ ਦੀ ਮਨੀ ਇਨਵੈਸਟਡ ਬਾਈ ਹਿਮ। ਸੋ ਉਹਨੇ ਜੋ ਇਨਵੈਸਟ ਕੀਤਾ ਪੈਸਾ ਉਹ ਕੱਢ ਸਕਦਾ ਹੈ, ਮਾਰਕੀਟ ਤੋਂ ਚੁੱਕ ਸਕਦਾ ਉਹਨੂੰ ਸੈਲ ਕਰਕੇ ਸ਼ੇਅਰਸ ਨੂੰ। ਦਿਸ ਪ੍ਰੋਵਾਈਡਸ ਲਿਕੁਇਡਿਟੀ ਟੂ ਦੀ ਮਾਰਕੀਟ ਐਜ਼ ਹੀ ਕੈਨ ਫ੍ਰੀਲੀ ਸੈਲ ਹਿਜ਼ ਸ਼ੇਅਰਸ ਐਂਡ ਇਨਸ਼ੋਰਸ ਸਟੇਬਿਲਿਟੀ ਟੂ ਦੀ ਕੰਪਨੀ as the member is not withdrawing his money from the company. ਸੋ ਉਹਦੇ 'ਚੋਂ ਕਹਿੰਦੇ ਕਿ ਵੀ ਆਪਣੇ ਸ਼ੇਅਰਸ ਨੂੰ ਸੈਲ ਕਰਕੇ ਖੁਦ ਆਪਣੇ ਕੋਲ ਪੈਸੇ ਬਣਾ ਸਕਦਾ ਹੈ ਅਤੇ ਕੰਪਨੀ ਨੂੰ ਵੀ ਜਿਹੜੀ ਹੈ ਸਟੇਬਿਲਿਟੀ ਜਿਹੜੀ ਉਹ ਮਿਲੇਗੀ, ਕਿਉਂਕਿ ਉਹ ਕੰਪਨੀ ਤੋਂ ਪੈਸੇ ਵਿਡਰੋ ਨਹੀਂ ਕਰ ਰਿਹਾ, ਉਹ ਤਾਂ ਸ਼ੇਅਰਸ ਸੈਲ ਕਰ ਰਿਹਾ। ਔਰ ਸ਼ੇਅਰਸ ਸੈਲ ਕਰਨ ਤੋਂ ਬਾਅਦ ਸਿਰਫ ਇਹ ਹੋ ਰਿਹਾ ਹੈ ਕਿ ਸ਼ੇਅਰ ਹੋਲਡਰ ਚੇਂਜ ਹੋ ਰਿਹਾ ਹੈ ਨਾ। ਇੱਕ ਮੈਂਬਰ ਹੀ ਸੀਜ਼ਸ ਟੂ ਬਿਕਮ ਦੀ ਸ਼ੇਅਰ ਹੋਲਡਰ, ਦੂਸਰਾ ਜਿਹੜਾ ਉਹ ਮੈਂਬਰਸ਼ਿਪ ਐਕਵਾਇਰ ਕਰ ਲੈਂਦਾ ਹੈਗਾ ਖਰੀਦ ਕੇ ਸ਼ੇਅਰਸ ਨੂੰ। The stock exchanges provide adequate facilities for the purchase and sale of the shares. Next is capacity to sue and be sued. A company being a body corporate and can sue and be sued in its own name. The to sue means to institute legal, ਅਸੀਂ ਬਾਰ-ਬਾਰ ਇਹ ਵਰਡ ਪੜ੍ਹਿਆ ਬਹੁਤ ਵਾਰੀ ਬਈ ਉਹ ਸਿਊ ਕਰ ਸਕਦਾ ਹੈ ਜਾਂ ਉਹਨੂੰ ਸਿਊ ਕੀਤਾ ਜਾ ਸਕਦਾ। ਸੋ ਇੱਥੇ ਤੁਸੀਂ ਸਿਊ ਦਾ ਮੀਨਿੰਗ ਦੇਖੋ। To sue means to institute legal proceedings against a person or to bring a suit in the court of law. ਕੇਸ ਦਾਇਰ ਕਰਨਾ। all legal proceedings against the company are to be instituted in its own name. ਜੇ ਕਿਸੇ ਨੇ ਵੀ ਕੰਪਨੀ ਦੇ ਖਿਲਾਫ ਜਾਂ ਕਿਸੇ ਕਰਨਾ ਹੈ ਤਾਂ ਉਹ ਪਰਸਨਲੀ ਕਿਸੇ ਡਾਇਰੈਕਟਰ ਦੇ ਖਿਲਾਫ ਨਹੀਂ ਕੁਝ ਕਰ ਸਕਦੇ, ਉਹਨੂੰ ਕੰਪਨੀ ਦੇ ਨਾਮ ਦੇ ਅਗੇਂਸਟ ਹੀ ਲੀਗਲ ਪ੍ਰੋਸੀਡਿੰਗ ਇਨੀਸ਼ੀਏਟ ਕਰਨੀ ਪਏਗੀ। ਸਿਮਿਲਰਲੀ ਦੀ ਕੰਪਨੀ ਮੇ ਬ੍ਰਿੰਗ ਐਨ ਐਕਸ਼ਨ ਅਗੇਂਸਟ ਐਨੀ ਵਨ ਇਨ ਇਟਸ ਓਨ ਨੇਮ। ਸੋ ਅਗਰ ਕਿਸੇ ਦੇ ਖਿਲਾਫ ਕਿਸੇ ਬਾਹਰ ਥਰਡ ਪਾਰਟੀ ਦੇ ਖਿਲਾਫ ਕੰਪਨੀ ਨੇ ਐਕਸ਼ਨ ਲੈਣਾ ਤਾਂ ਉਹ ਵੀ ਕੰਪਨੀ ਵੱਲੋਂ ਹੀ, ਕੰਪਨੀ ਦਾ ਨਾਮ ਅਸੀਂ ਪਿੱਛੇ ਹੀ ਪੜ੍ਹਦੇ ਆ ਰਹੇ ਨਾ, ਸੋਲਮਨ ਵਰਸਸ ਸੋਲਮਨ ਕੰਪਨੀ ਲਿਮਿਟਿਡ ਇਸ ਤਰ੍ਹਾਂ ਕਰਕੇ। ਸੋ ਕੰਪਨੀ ਦੇ ਨਾਮ ਤੋਂ ਹੀ ਸਭ ਕੁਝ ਚੱਲੇਗਾ। A company as a person separate from its members may even sue one of its own members for libel. ਮਤਲਬ ਅਸੀਂ ਲਾਈਬਲ ਤੇ ਸਲੈਂਡਰ ਕੱਲ੍ਹ ਆਪਾਂ ਪੜ੍ਹਿਆ ਸੀ ਨਾ, ਅਤੇ ਮਤਲਬ ਪਿੱਛੇ ਇੱਕ ਲੈਕਚਰ ਦੇ ਵਿੱਚ ਟੋਟ ਦੇ ਵਿੱਚ ਹੈ ਨਾ, ਅਤੇ ਉਹਦੇ 'ਚੋਂ ਹੀ ਕਹਿੰਦੇ ਕਿ ਜੇ ਕੰਪਨੀ ਜਿਹੜੀ ਹੈ ਕਿਸੇ ਇੱਕ ਮੈਂਬਰ ਨੂੰ ਵੀ ਆਪਣੇ ਹੀ ਸ਼ੇਅਰ ਹੋਲਡਰ ਨੂੰ ਸੂ ਕਰ ਸਕਦੀ ਅਗਰ ਉਹ ਕਿਸੇ ਵੀ ਤਰੀਕੇ ਦੇ ਨਾਲ ਡਿਫਰਮੇਸ਼ਨ ਵਗੈਰਾ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰਦਾ ਕੰਪਨੀ ਨੂੰ। A company has a right to seek damages where a defamatory material published about it affects its business. Where video cassettes were prepared by the workmen of a company showing their struggle against the company's management, it was held to be not actionable unless shown that the cassette would be defamatory. The court did not restrain the exhibition of the cassette. ਮਤਲਬ ਇਹਦੇ 'ਚ ਹੈਗਾ ਕਿ ਬਈ ਉਹ ਕੋਈ ਕੈਸੇਟ ਕੋਈ ਬਣੀ ਹੋਏਗੀ, ਵਰਕਮੈਨ ਨੇ ਬਣਾਈ ਹੋਏਗੀ, ਉਹ ਆਪਣਾ ਹੜਤਾਲ ਵਗੈਰਾ ਕਰਦੇ ਹੋਣੇ ਹੈ ਅਤੇ ਕੰਪਨੀ ਨੇ ਡਿਫਰਮੇਸ਼ਨ ਦਾ ਕੇਸ ਲਗਾਇਆ ਹੋਣਾ ਕਿ ਬਈ ਇਹਦੇ ਨਾਲ ਸਾਡੀ ਜਿਹੜੀ ਹੈ ਇਨਸਲਟ ਹੋ ਰਹੀ, ਰੈਪੂਟੇਸ਼ਨ ਖਰਾਬ ਹੋ ਰਹੀ। ਤਾਂ ਉਹਨਾਂ ਨੇ ਕਿਹਾ ਕਿ ਬਈ ਅਗਰ ਤਾਂ ਲੱਗੇ ਕਿ ਬਈ ਕੰਪਨੀ ਜਿਹੜੀ ਆ ਉਹਨੂੰ ਕਿ ਡਿਫਰਮੇਟਰੀ ਮਟੀਰੀਅਲ ਹੋਇਆ ਪ੍ਰੂਵ ਕਰਨਾ ਪਏਗਾ ਤਾਂ ਫਿਰ ਉਹਨੂੰ ਡੈਮੇਜਸ ਮਿਲਣਗੇ। ਪਰ ਇਸ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਕਸ਼ਨ ਨਹੀਂ ਲਿਆ ਜਾ ਸਕਦਾ ਜਦ ਤੱਕ ਕਿ ਇਹ ਪ੍ਰੂਵ ਨਾ ਹੋਵੇ ਕਿ ਕੈਸੇਟ ਜਿਹੜੀ ਹੈ, ਜਿਹੜੀ ਵੀਡੀਓ ਕੈਸੇਟ ਬਣਾਈ ਹੈ ਉਹ ਡਿਫਰਮੇਟਰੀ ਹੈ। ਸੋ ਇਸ ਕਰਕੇ ਐਗਜ਼ੀਬਿਸ਼ਨ ਲਗਾਉਣ 'ਤੇ ਮਨਾ ਨਹੀਂ ਕੀਤਾ ਗਿਆ ਸੀਗਾ ਉਸ ਕੈਸੇਟ ਦੀ ਸ਼ੋਅ ਕਰਨ 'ਤੇ ਮਤਲਬ। ਨੈਕਸਟ ਇਜ਼ ਕੰਟਰੈਕਚੁਅਲ ਰਾਈਟਸ। ਹੁਣ ਇਹਦੇ ਵਿੱਚ ਹੈ a company being a separate legal entity different from its members can enter into contracts for the conduct of the business in its own name. ਜੋ sued in its own name ਹੋ ਸਕਦੀ ਹੈ ਤਾਂ ਫਿਰ ਉਹ contract ਵਿੱਚ enter ਵੀ ਆਪਣੇ ਨਾਮ ਤੋਂ ਹੋ ਸਕਦੀ ਹੈ। A shareholder cannot enforce a contract made by his company. He is neither a party to the contract nor entitled to the benefit of it, as a company is not a trustee for its shareholders. ਸ਼ੇਅਰ ਨਾ ਤਾਂ ਕੰਟਰੈਕਟ ਕਰਵਾਉਣ ਲਈ ਇਨਫੋਰਸ ਕਰ ਸਕਦਾ ਕਿਉਂਕਿ ਸ਼ੇਅਰ ਹੋਲਡਰ ਡਿਫਰੈਂਟ ਹੈ, ਕੰਪਨੀ ਚਲਾਉਣ ਵਾਲੇ ਜਿਹੜੇ ਸਿਲੈਕਟਡ ਸ਼ੇਅਰ ਹੋਲਡਰ ਹੈ ਜਿਹਨੂੰ ਡਾਇਰੈਕਟਰ ਕਹਿ ਰਹੇ ਨੇ ਉਹ ਡਿਫਰੈਂਟ ਹੈ। ਹੀ ਇਜ਼ ਨੀਦਰ ਅ ਪਾਰਟੀ ਟੂ ਦੀ ਕੰਟਰੈਕਟ, ਨਾ ਤਾਂ ਉਹ ਥਰਡ ਪਾਰਟੀ ਹੈ ਅਤੇ ਨਾ ਉਹਨੂੰ ਕੋਈ ਅਲੱਗ ਤੋਂ ਬੈਨੀਫਿਟ ਮਿਲਣਾ ਹੈ। ਸੋ ਇਹਦੇ 'ਚ ਲਾਈਕਵਾਈਜ਼ ਸ਼ੇਅਰ ਹੋਲਡਰ cannot be sued on contracts made by his company. ਹਾਂਜੀ, similarly
A member of a company cannot sue in respect of torts committed against the company, nor can he be sued for torts committed by the company. ਉਹਨੂੰ ਕਹਿੰਦੇ ਕਿ ਸ਼ੇਅਰ ਹੋਲਡਰ ਜਿਹੜਾ ਹੈ he cannot be sued on contracts made by his company. ਅਗਰ ਕੰਪਨੀ ਨੇ ਕੋਈ ਕੌਂਟਰੈਕਟ ਕੀਤਾ ਹੈ ਕਿਸੇ ਨਾਲ ਤਾਂ ਸ਼ੇਅਰ ਹੋਲਡਰ ਨੂੰ ਸਿਊ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੰਪਨੀ ਇੱਕ ਸੈਪਰੇਟ ਲੀਗਲ ਪਰਸਨ ਹੈ ਅਤੇ ਕੰਪਨੀ ਨੂੰ ਕੰਪਨੀ ਕਰਕੇ ਹੀ ਸਿਊ ਕੀਤਾ ਜਾ ਸਕਦਾ ਥਰਡ ਪਾਰਟੀ ਵੱਲੋਂ। ਠੀਕ ਹੈ, ਉਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੈਂਬਰ ਜੋ ਹੈ ਉਹ ਵੀ ਸਿਊ ਨਹੀਂ ਕਰ ਸਕਦਾ ਅਗਰ ਕੋਈ ਟੋਰਟ ਦਾ ਕੋਈ ਕ੍ਰਾਈਮ ਚੱਲ ਰਿਹਾ ਹੈ ਨਾ ਟੋਰਟ ਦੇ ਕਰਕੇ ਅਗੇਂਸਟ ਦੀ ਕੰਪਨੀ, ਨੋਰ ਕੈਨ ਹੀ ਬੀ ਸਿਊਡ ਫॉर ਟੋਰਟਸ ਕਮਿਟਡ ਬਾਈ। ਅਗਰ ਕੰਪਨੀ ਨੇ ਟੋਰਟ ਕਮਿਟ ਕੀਤਾ ਹੈ ਤਾਂ ਸ਼ੇਅਰ ਹੋਲਡਰ ਨੂੰ ਵੀ ਸਿਊ ਨਹੀਂ ਕੀਤਾ ਜਾ ਸਕਦਾ। ਮਤਲਬ ਕੰਪਨੀ ਦੀਆਂ ਆਪਣੀਆਂ ਕੰਟਰੈਕਚੁਅਲ ਰਾਈਟਸ ਬਿਲਕੁਲ ਅਲੱਗ ਨੇ, ਕਿਉਂਕਿ ਉਹ ਆਰਟੀਫਿਸ਼ੀਅਲ ਲੀਗਲ ਪਰਸਨ ਹੈ, ਸੈਪਰੇਟ ਹੈ, ਡਿਸਟਿੰਕਟ ਹੈ ਫਰਮ ਦੀ ਪਰਸਨਸ ਫਰਮ ਦੀ ਸ਼ੇਅਰ ਹੋਲਡਰਸ। ਠੀਕ ਹੈ, therefore the company as a legal person can take action to enforce its legal rights। ਕੰਪਨੀ ਖੁਦ ਆਪਣੇ ਨਾਮ ਤੇ ਲੀਗਲ ਐਕਸ਼ਨ ਲੈ ਕੇ ਲੀਗਲ ਰਾਈਟਸ ਆਪਣੀ ਇਨਫੋਰਸ ਕਰਾ ਸਕਦੀ ਹੈ, ਔਰ ਵੀ ਸਿਊਡ ਫॉर ਬ੍ਰੀਚ ਆਫ ਇਟਸ ਲੀਗਲ ਡਿਊਟੀਜ਼। ਅਗਰ ਡਿਊਟੀਜ਼ ਹੋ ਜਾਂਦੀ ਹੈ ਸਾਈਡ ਤੇ ਹੁੰਦੀ ਹੈ ਨਹੀਂ ਪੂਰੀਆਂ ਕਰਦੀ ਤਾਂ ਉਹਨੂੰ ਵੀ ਸਿਊ ਕੀਤਾ ਜਾ ਸਕਦਾ ਹੈ। ਇਟਸ ਰਾਈਟਸ ਐਂਡ ਡਿਊਟੀਜ਼ ਆਰ ਡਿਸਟਿੰਕਟ ਫਰਮ ਦੋਜ਼ ਆਫ ਇਟਸ ਕੌਨਸਟੀਟਿਊਐਂਟ ਮੈਂਬਰਸ। ਕੌਨਸਟੀਟਿਊਐਂਟ ਮੈਂਬਰਸ ਮੀਨਸ ਇੱਥੇ ਕੌਣ ਨੇ, ਇੱਥੇ ਸ਼ੇਅਰ ਹੋਲਡਰਸ ਨੇ। ਠੀਕ ਹੈ ਜੀ। Next is limitation of action. A company cannot go beyond the powers stated in the memorandum of association। So MOA ਜੋ ਹੈ ਉਹ ਇਹਦਾ ਕੰਪਨੀ ਦਾ ਆਸ-ਪਾਸ ਦਾ ਇੱਕ ਦਾਇਰਾ ਮੁਕਰਰ ਕਰਦਾ ਹੈ। The memorandum of association of the company regulates the power and fixes the objects of the company and provides the base upon which the entire structure of the company rests. The actions and objects of the company are limited within the scope. This is very important line. Actions and objects ਜਿਹੜੇ ਨੇ ਨਾ they are limited within the scope of its memorandum of association। ਸੋ ਜੋ ਕੁਛ ਵੀ ਕੰਪਨੀ ਨੇ ਕਰਨਾ ਹੈ ਉਹਦਾ ਸਕੋਪ ਆਫ ਆਪਰੇਸ਼ਨ ਕੀ ਹੈ, ਉਹ ਸਾਰਾ ਕੁਛ ਜੋ ਹੈ ਉਹ ਮੈਮੋਰੈਂਡਮ ਆਫ ਐਸੋਸੀਏਸ਼ਨ ਨੇ ਹੀ ਡਿਫਾਈਨ ਕਰਨਾ ਹੈ। ਨੈਕਸਟ ਇਜ਼ ਸੈਪਰੇਟ ਮੈਨੇਜਮੈਂਟ। While members are its owners, the company is administered and managed by its managerial personnel। ਹੁਣ ਮੈਨੇਜਰੀਅਲ ਪਰਸਨਲ ਜਿਹੜੇ ਨੇ ਬੋਰਡ ਆਫ ਡਾਇਰੈਕਟਰਸ ਵੀ ਹੋ ਸਕਦੇ ਨੇ, ਔਰ ਇਹਨਾਂ ਨੇ ਅੱਗੋਂ ਜਿਹੜੇ ਆਪਣੇ ਅੰਡਰ ਲਗਾਏ ਨੇ ਉਹ ਲੋਕ ਜਿਹੜੇ ਕਿ ਮੈਨੇਜਰਸ ਨੇ ਉਹ ਸਭ ਹੋ ਸਕਦੇ ਹਨ। ਠੀਕ ਹੈ, ਟਰਮੀਨੇਸ਼ਨ ਆਫ ਐਗਜ਼ਿਸਟੈਂਸ। ਇਹਦੇ 'ਚ ਹੁਣ ਕੀ ਹੈ ਕਿ ਕੰਪਨੀ ਬੀਇੰਗ ਐਨ ਐਬਸਟਰੈਕਟ ਐਂਡ ਆਰਟੀਫਿਸ਼ੀਅਲ ਪਰਸਨ ਡਜ਼ ਨੋਟ ਡਾਈ ਅ natural death। It is created by law, carries on its affairs according to law। law ਨੇ create ਕੀਤਾ, ਕੰਮ ਵੀ law ਦੇ according ਕਰ ਰਿਹਾ throughout its life and ultimately is effaced by law। law ਦੁਆਰਾ ਹੀ terminate ਹੋਏਗਾ। Generally the existence of a company is terminated by means of winding up। However, to avoid winding up, sometimes companies change their form by means of reorganization, reconstruction and ਅਮਾਲਗਮੇਸ਼ਨ। ਸੋ ਅਗਰ ਤਾਂ ਕੰਪਨੀ ਨੇ ਬੰਦ ਹੋਣਾ ਹੈ ਤਾਂ ਵਾਈਂਡ ਅਪ ਹੋ ਜਾਂਦਾ ਸਾਰੇ ਦਾ ਸਾਰਾ। ਅਗਰ ਵਾਈਂਡ ਅਪ ਨਹੀਂ ਕਰਨਾ ਤਾਂ ਉਸ ਕੇਸ ਦੇ ਵਿੱਚ ਇਹਨੂੰ ਅਲੱਗ ਤਰੀਕੇ ਦੇ ਨਾਲ ਇਹਦੀ ਫੋਰਮ ਚੇਂਜ ਕਰਤੀ ਜਾਂਦੀ ਹੈ। ਅਮਾਲਗਮੇਸ਼ਨ ਹੋ ਗਿਆ, ਮਰਜਰ ਹੋ ਗਿਆ, ਰੀਕਨਸਟਰਕਸ਼ਨ ਹੋ ਗਿਆ, ਇਹ ਸਾਰੀਆਂ ਚੀਜ਼ਾਂ। ਸੋ ਥੀਜ਼ ਆਰ ਆਲ ਦੀ ਫੀਚਰਸ ਆਫ ਦੀ ਕੰਪਨੀ ਐਂਡ ਦੀ ਕੰਸੈਪਟ ਆਫ ਦੀ ਕੰਪਨੀ, ਵੀ ਕੰਪਨੀ ਕੀ ਹੈਗੀ ਹੈ, ਵੈਰੀ ਇੰਪੋਰਟੈਂਟ। ਇਹਦੇ 'ਚ ਅਲੱਗ-ਅਲੱਗ ਕੇਸਿਸ ਵੀ ਹੈਗੇ ਨੇ ਅਤੇ ਉਹਨਾਂ ਕੇਸਿਸ ਦੀ ਜੋ ਜਜਮੈਂਟਸ ਨਿਕਲ ਕੇ ਆਈਆਂ ਨੇ ਉੱਥੋਂ ਪਤਾ ਚੱਲਦਾ ਵੀ ਕੰਪਨੀ ਕੀ ਹੈ। ਸੋ ਵੀ ਵਨਸ ਅਗੇਨ ਯੂ ਕੈਨ ਗੋ ਥਰੂ ਦੀ ਟੋਪਿਕ ਐਂਡ ਦੋ ਇਟ ਸੀਮਸ ਟੂ ਬੀ ਵੈਰੀ ਈਜ਼ੀ, ਇਟਸ ਵੈਰੀ ਇੰਪੋਰਟੈਂਟ ਆਲਸੋ। ਔਰ ਨਾਲ ਦੀ ਨਾਲ ਕਾਫੀ ਕੁਛ ਹੈ ਜੋ ਕਿ ਟਰਮਸ ਪਤਾ ਚੱਲਦੀਆਂ ਨੇ, ਕੇਸ ਦੀਆਂ ਜਜਮੈਂਟਸ ਕੀ ਨਿਕਲ ਕੇ ਆਈਆਂ ਨੇ। So in the next lecture we will discuss about the nationality and residence of the company। ਇਹਦੇ ਵਿੱਚ ਇੱਕ ਤਰੀਕੇ ਦਾ ਅਸੀਂ ਕਹਿ ਲਓ ਕਿ ਟਾਈਪਸ ਆਫ ਦੀ ਕੰਪਨੀ ਦੀ ਗੱਲ ਵੀ ਕਰਾਂਗੇ, ਫਿਰ ਆਪਾਂ ਪਾਰਟਨਰਸ਼ਿਪ ਨਾਲ ਕਿਵੇਂ ਡਿਫਰੈਂਟ ਹੈ। ਸੋ ਇਸ ਤਰ੍ਹਾਂ ਦੇ ਰਿਲੇਟਿਡ ਟੌਪਿਕਸ ਜੋ ਨੇ ਉਹ ਅਸੀਂ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ।